बाबा जी मैनू 1981 ਵਿੱਚ ਹਜੂਰ ਮਹਾਰਾਜ ਕੋਲੋਂ ਨਾਮ ਮਿਲਿਆ ਸੀ। ਉਦੋਂ ਮਾਲਕ ਨੇ ਮੌਕਾ ਦਿੱਤਾ ਸੀ। ਉਸ ਤੋਂ ਬਾਅਦ 2002 ਦੇ ਵਿੱਚ ਮੈਨੂੰ ਰੀਸੈਟਿੰਗ ਤੁਹਾਡੇ ਟਾਈਮ 'ਚ ਮਿਲੀ ਆ। ਹੁਣ ਤੀਜਾ ਮੌਕਾ ਤੁਸੀਂ ਮੈਨੂੰ ਦਿੱਤਾ ਹੈ 2020 ਦੇ ਵਿੱਚ। ਮੇਰਾ ਕੋਈ ਸਵਾਲ ਤਾਂ ਹੈ ਨਹੀਂ, ਪਰ ਕੋਈ ਸ਼ੰਕੇ ਆ, ਮੈਂ ਤੁਹਾਨੂੰ ਨਿਵਰਤ ਕਰਨਾ ਚਾਹੁੰਦਾ। ਪਹਿਲਾ ਮੇਰਾ ਸਵਾਲ ਹੈ, ਜਦੋਂ ਸਤਸੰਗੀ ਚੋਲਾ ਛੱਡਦਾ ਹੈ, ਕਿਉਂਕਿ ਮੈਂ ਹਜੂਰ ਮਹਾਰਾਜ ਕੋਲੋਂ ਨਾਮਦਾਨ 1981 ਵਿੱਚ ਲਿਆ ਹੋਇਆ ਹੈ। ਅਸੀਂ ਉਹਨਾਂ ਦੀ 9 ਸਾਲ ਸੰਗਤ ਕੀਤੀ ਹੈ। ਉਸ ਤੋਂ ਬਾਅਦ ਬਾਬਾ ਜੀ ਦੀ ਸੰਗਤ ਹੀ 30 ਸਾਲ ਹੋ ਗਏ ਆ ਕਰਦਿਆਂ ਹੋਇਆਂ ਨੇ, ਬੜਾ ਪਿਆਰ ਮਿਲਿਆ ਹੈ। ਮੇਰੀ ਬੇਨਤੀ ਹੈ ਕਿ ਜਦੋਂ ਅਸੀਂ ਆਖਰੀ ਵਕਤ ਮੌਤ ਦੇ ਵਕਤ, ਕੀ ਬਾਬਾ ਜੀ ਦੋਵੇਂ ਸਤਿਗੁਰੂ ਸਾਨੂੰ ਲੈਣ ਵਾਸਤੇ ਆਉਣਗੇ? बेटा पहली गल तो यह है, मालिक आऊगा लैण वास्ते और मालिक सारिਆਂ ਨੂੰ ਲੈਣ वास्ते आऊगा। ये ना सोचो कि सिर्फ सत्संगियों ਨੂੰ ਲੈਣ वास्ते आऊगा, सारिਆਂ ਨੂੰ आऊगा। मतलब की है, पहचान दा। जिन्हें तो जिंदे जी रिश्ता जोड़िया वो पहचान लैंदा, जिहड़े जिंदा जी रिश्ता नहीं जोड़िया वो पहचानदा नहीं, वो समझदा पता नहीं कौन आ गया। बस इन्ना ही फर्क है। सो इस करके कि कौन आऊगा, एक आऊगा या दूजा आऊगा या सारे आणगे, ਇਹਦਾ ਤਾਂ ਮਕਸਦ ਹੀ ਕੋਈ ਨਹੀਂ ਨਾ। ਮੇਰਾ ਦੂਜਾ ਸਵਾਲ ਬਾਬਾ ਜੀ, ਜਦੋਂ ਸਤਸੰਗੀ ਚੋਲਾ ਛੱਡਦਾ ਹੈ, ਅਮੂਮਨ ਅਸੀਂ ਕਿਤਾਬਾਂ 'ਚ ਪੜ੍ਹਿਆ ਹੈ ਕਿ ਜਦੋਂ ਜਿਸ ਤਰ੍ਹਾਂ ਅਸੀਂ ਸਾਖੀ ਪੜ੍ਹਦੇ ਹਾਂ ਭਾਈ ਸ਼ਾਦੀ ਦੀ, ਜਦੋਂ ਉਹਨਾਂ ਨੇ ਚੋਲਾ ਛੱਡਿਆ ਤੇ ਉਹਨਾਂ ਨੇ ਵੱਡੇ ਮਹਾਰਾਜ ਕੋਲੋਂ ਨਾਮਦਾਨ ਲਿਆ ਹੋਇਆ ਸੀ ਤੇ ਉਹਨਾਂ ਨੇ ਵੱਡੇ ਮਹਾਰਾਜ ਦੀ ਵੀ ਸੰਗਤ ਕੀਤੀ। ਉਸ ਤੋਂ ਬਾਅਦ ਉਹ ਚੋਲਾ ਛੱਡ ਗਏ। ਉਸ ਤੋਂ ਬਾਅਦ ਹਜੂਰ ਮਹਾਰਾਜ ਦੀ ਸੰਗਤ ਕੀਤੀ ਉਹਨਾਂ ਨੇ। ਬੜੀ ਉੱਚੀ ਸੇਵਾ ਬਾਬਾ ਜੀ ਨੇ ਉਹਨੂੰ ਬਖਸ਼ੀ ਸੀ। ਉਹ ਬਿਸਤਰੇ ਵਿਛਾਉਣ ਦੀ ਸੇਵਾ, ਨਿੱਜੀ ਸੇਵਾ ਕਰਿਆ ਕਰਦੇ ਸੀ। ਪਰ ਜਦੋਂ ਉਹਨਾਂ ਦਾ ਆਖਰੀ ਵਕਤ ਆ ਗਿਆ ਤੇ ਭਾਈ ਸ਼ਾਦੀ ਤੰਗ ਹੋ ਗਏ। ਉਹਨਾਂ ਦੀ ਭੈਣ ਭੂਆ ਰਲੀ ਹੁੰਦੇ ਸੀ, ਉਹ ਭੱਜੇ ਮਹਾਰਾਜ ਕੋਲ ਗਏ। ਕਹਿੰਦਾ ਮਹਾਰਾਜ ਜੀ ਭਾਈ ਸ਼ਾਦੀ ਬਹੁਤ ਤੰਗ ਹੈ। ਤੇ ਮਹਾਰਾਜ ਕਹਿੰਦੇ ਬੇਟਾ ਉਹਨੂੰ ਕਹੋ ਮੇਰਾ ਧਿਆਨ ਨਾ ਧਰੇ, ਆਪਣੇ ਗੁਰੂ ਦਾ ਧਿਆਨ ਧਰੇ। ਜਦੋਂ ਉਹਨਾਂ ਨੇ ਉਹ ਬਚਨ ਆ ਕੇ ਉਸ ਭਾਈ ਸ਼ਾਦੀ ਨੂੰ ਕਹਿੰਦੇ ਕਿਤਾਬਾਂ 'ਚ ਲਿਖਿਆ ਹੈ, ਉਹਨੇ ਬੜੇ ਆਰਾਮ ਨਾਲ ਚੋਲਾ ਛੱਡ ਗਿਆ। ਤੇ ਮੈਂ ਬਾਬਾ ਜੀ ਪੁੱਛਣਾ ਚਾਹੁੰਦਾ ਹਾਂ ਕਿ ਮੌਤ ਦੇ ਵਕਤ ਕੀ ਸਤਸੰਗੀ ਨੂੰ ਮੌਜੂਦਾ ਸਤਿਗੁਰ ਦਾ ਧਿਆਨ ਕਰਨਾ ਚਾਹੀਦਾ ਕਿ ਜਿਸ ਸਤਿਗੁਰ ਕੋਲ ਨਾਮ ਲਿਆ ਉਹਦਾ ਧਿਆਨ ਕਰਨਾ ਚਾਹੀਦਾ ਹੈ? ਪਹਿਲਾਂ ਤੇ ਗੱਲ ਬੇਟਾ ਇਹ ਹੈ ਕਿ ਧਿਆਨ ਤੁਹਾਡੇ ਵੱਸ ਦੀ ਗੱਲ ਨਹੀਂ ਗੀ। ਧਿਆਨ ਆਪਣੇ ਆਪ ਆਉਂਦਾ ਜਦੋਂ ਇਕਾਗਰਤਾ ਆਉਂਦੀ ਹੈ, ਔਰ ਧਿਆਨ ਜਦੋਂ ਆਊਗਾ ਉਹ ਆਪਣੇ ਗੁਰੂ ਦਾ ਹੀ ਆਊਗਾ। ਇਹ ਜਿਹੜੀ ਦੁਵਿਧਾ ਪੈਦਾ ਕਰਦੇ ਹੋ ਨਾ, ਇਹ ਤੁਹਾਡਾ ਮਨ ਪੈਦਾ ਕਰਦਾ ਹੈ, ਕਿਉਂਕਿ ਮਨ ਪ੍ਰਭਾਵਿਤ ਹੋ ਜਾਂਦਾ ਹੈ। ਜੇ ਅਸੀਂ ਜ਼ਿਆਦਾ ਵਕਤ ਕਿਸੇ ਨਾਲ ਗੁਜ਼ਾਰਿਆ ਹੋਵੇ, ਮਨ ਬਾਰ-ਬਾਰ ਉਹਨਾਂ ਚੀਜ਼ਾਂ ਨੂੰ ਪ੍ਰੋਜੈਕਟ ਕਰਦਾ ਹੈਗਾ, ਮਗਰ ਧਿਆਨ ਆਪਣੇ ਗੁਰੂ ਦਾ ਹੀ ਆਊਗਾ। ਬਾਬਾ ਜੀ ਮੈਂ ਹੁਣ ਆਖਰ ਬੇਨਤੀ ਕਰਨੀ ਹੈ, ਸਾਡੇ ਪਰਿਵਾਰ ਦਾ ਮਾਹੌਲ ਬਣਾਈਏ। ਅਸੀਂ ਭਜਨ ਸਿਮਰਨ ਕਰਨਾ, ਜਿਸ ਤਰ੍ਹਾਂ ਸਾਨੂੰ ਬਾਹਰੋਂ ਜੋੜਿਆ ਹੈ ਸਾਨੂੰ ਅੰਦਰ ਵੀ ਜੋੜਨ ਦੀ ਕਿਰਪਾ ਕਰਿਓ। ਮੈਂ ਤੁਹਾਨੂੰ ਆਹੀ ਮੰਗਣ ਆਇਆ ਜੀ। ਅੱਜ ਲੋਕੀ ਤਾਂ ਜਿੰਦੇ ਜੀ ਕਹਿੰਦੇ ਆ ਜੀ ਉਹ ਹੈ, ਸਾਨੂੰ ਜਿੰਦੇ ਜੀ ਦਿਖਾਉਣਾ ਹੈ ਜੀ, ਮਰਿਆਂ ਦਾ ਭਰੋਸਾ ਨਹੀਂ। ਤੁਸੀਂ ਇੰਨੀ ਦਇਆ ਕਰੋ ਕਿ ਜਿੰਦੇ ਸੀ ਤੁਹਾਨੂੰ ਦੇਖ ਸਕੀਏ, ਪ੍ਰਤੱਖ ਦੇਖ ਸਕੀਏ। ਸਾਨੂੰ ਇੰਨਾ ਪਿਆਰ ਬਖਸ਼ੀ, ਇੰਨਾ ਸਿਮਰਨ ਬਖਸ਼ੀ, ਤਾਂ ਕਿ ਚਲਦੇ ਫਿਰਦੇ ਸਾਡਾ ਜਿੱਧਰ ਦੇਖੀਏ ਸਾਨੂੰ ਉਹ ਮਾਲਕ ਹੀ ਨਜ਼ਰ ਆਵੇ ਜੀ। ਉਹ ਜਿੰਦੇ ਜੀ ਸਾਹਮਣੇ ਬੈਠਾ ਤਾਂ ਹੈ, ਮੈਂ ਕਿਤੇ ਭੇਜ ਕੇ ਦੇਖਣਾ ਹੈ। ਹਾਂਜੀ देख रहे हैं कि नहीं देख रहे? देख रहे हैं। फिर ठीक है बाबा जी, अगर हम हिस्ट्री को ट्रेस करें तो हमने देखा है कि हिस्ट्री में कि बहुत सारे संत महात्मा इस दुनिया में आते हैं। चाहे हम जीसस क्राइस्ट की बात करें या गुरु नानक देव जी की या गुरु गोबिंद सिंह जी की या महात्मा बुद्ध की, उनमें एक चीज़ बड़ी कॉमन देखने को मिलती है कि उन्होंने बहुत इस मातलोक में आके बहुत सफ़र किया है, चाहे वो शारीरिक तौर पे हो चाहे वो मेंटली हो। उसका रीजन क्या है? तो बेटा सफरिंग तो आपके हिसाब से की है, उनके हिसाब से तो कोई सफरिंग नहीं बेटा। वो तो सेवा करने के लिए आए थे। अब सेवा करने के लिए जब कोई आप सेवा करने के लिए आते हो तो आइडियल सर्कमस्टांसेस तो किसी की भी नहीं होती बेटा। हमने तो सेवा करनी है, सब चीजों के बावजूद करनी है ना। सो हमारे नजरिए से, क्योंकि हमारा दायरा ही जिस्मानी है, उस तरफ से हम देखते हैं तो हमें लगता है भाई उनको दुख तकलीफ सहनी पड़ी।
मगर उनके नजरिए से तो ऐसी कोई चीज नहीं है। उन्होंने तो कभी भी मालिक से रोष नहीं किया। क्या किया? नहीं। फिर और बाबा जी सेकंड क्वेश्चन ये है कि जब हम मेडिटेट करते हैं या हमारी बॉडी में एक प्रेशर बिल्डअप होता है, तो वो जो अवस्था है वो कितनी लंबी होती है, यानी कि 6 महीने या साल या कब तक, या उस अवस्था से इंसान कब निकलता है? बेटा देखो, ये जितनी भी ब्लॉकेज है ना, वो मेंटल ब्लॉकेज है मोस्टली। तो जब तक पूरा विश्वास नहीं होगा तो मेंटल ब्लॉक कहाँ से जाएगा बेटा? अब इसके लिए दायरा अब कहें जी 1 महीने में हो जाएगा, 2 महीने में हो जाएगा, ये तो आपके ऊपर निर्भर है ना। आप भजन सिमरन करोगे, विश्वास बन जाएगा तो सारा ब्लॉकेज खत्म हो जाएगा। और अगर हम थोड़ा सा कर लिया, छोड़ दिया, फिर किसी तरफ चले गए, दूसरा रास्ता अपना लिया, फिर वो चीज वहीं की वहीं बनी रहेगी ना। थैंक यू बाबा ਬਾਬਾ ਜੀ ਸਾਡਾ ਆਪਣੇ ਮਾਂ-ਬਾਪ ਭੈਣ ਭਰਾ ਤੇ ਖਾਸ ਕਰ ਬੀਵੀ ਬੱਚਿਆਂ ਨਾਲ ਇੰਨਾ ਕਿ ਮੋਹ ਹੋ ਜਾਂਦਾ ਹੈ ਕਿ ਸਾਨੂੰ ਮਤਲਬ ਉਹਨਾਂ ਦੇ ਵਿਛੋੜੇ ਤੋਂ ਇੱਕ ਬਹੁਤ ਡਰ ਲੱਗਦਾ ਤੇ ਅਸੀਂ ਉਸ ਪਰਮਾਤਮਾ ਦੇ ਅੰਸ਼ ਹਾਂ ਤੇ ਸਾਨੂੰ ਮਤਲਬ ਉਸ ਪਰਮਾਤਮਾ ਨਾਲ ਕਿਵੇਂ ਅਸੀਂ ਉਹ ਮੋਹ ਪਾ ਸਕਦੇ ਹਾਂ ਜੋ ਆਪਣੇ ਬੀਵੀ ਬੱਚਿਆਂ ਨਾਲ ਜਾਂ ਭੈਣ ਭਰਾਵਾਂ ਨਾਲ ਮੈਨੂੰ ਪੁੱਛਣਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ ਕਿ ਦੇਖੋ, ਆਪਾਂ ਨੂੰ ਜਦੋਂ ਵੀ ਸੋਝੀ ਮਿਲਦੀ ਹੈਗੀ ਹੈ, ਜਦੋਂ ਤੋਂ ਆਪਾਂ ਚੱਲਣਾ ਸ਼ੁਰੂ ਕਰਦੇ ਹਾਂ, ਥੋੜਾ ਜਿਹਾ ਇਨਸਾਨ ਸੋਚ ਵਿਚਾਰ ਕਰਦਾ ਹੈ, ਇਹਨੂੰ ਪਤਾ ਹੈਗਾ ਕਿ ਹਰੇਕ ਨੇ ਆਣਾ ਵੀ ਹੈ ਤਾਂ ਜਾਣਾ ਵੀ ਹੈ ਬੇਟਾ। ਕੋਈ ਨਹੀਂ ਕਹਿ ਸਕਦਾ ਕਿ ਜੀ ਮੈਨੂੰ ਨਹੀਂ ਪਤਾ। ਵੱਡੇ ਵੱਡੇ ਮਹਾਪੁਰਖ ਆਏ, ਉਹ ਸਦਾ ਵਾਸਤੇ ਨਹੀਂ ਰਹਿ ਸਕੇ ਬੇਟਾ, ਉਹਨਾਂ ਨੇ ਵੀ ਇੱਕ ਦਿਨ ਸਰੀਰ ਛੱਡ ਕੇ ਗਏ ਨਾ। ਹੁਣ ਸਾਨੂੰ ਵੀ ਇਸ ਚੀਜ਼ ਦਾ ਪਤਾ ਹੈਗਾ ਕਿ ਇੱਕ ਦਿਨ ਸਾਰਿਆਂ ਨੇ ਛੱਡ ਕੇ ਜਾਣਾ ਹੈ, ਮਗਰ ਉਹਦੇ ਬਾਵਜੂਦ ਆਪਾਂ ਜਦੋਂ ਜਾਂਦੇ ਹੈ, ਆਪਾਂ ਰੋਂਦੇ ਹੈ, ਚਿਲਾਉਂਦੇ ਹੈ, ਦੁੱਖ ਮੰਨਦੇ ਹੈ, ਹਾਲਾਂਕਿ ਸਾਨੂੰ ਪਤਾ ਕਿ ਇੱਕ ਦਿਨ ਜਾਣਾ ਹੈ। ਹੁਣ ਇਹ ਸਾਡਾ ਸਵਾਰਥ ਨਹੀਂ ਹੋ ਗਿਆ ਬੇਟਾ ਕਿ ਆਪਾਂ ਸਾਰਿਆਂ ਨੂੰ ਖਿੱਚ ਕੇ ਰੱਖਣਾ ਚਾਹੁੰਦੇ ਹਾਂ? ਹੁਣ ਦੇਖੋ, ਮਾਂ-ਬਾਪ ਦੇਖ ਲਓ, ਕੋਈ ਵੀ ਨਹੀਂ ਚਾਹੁੰਦਾ ਕਿ ਮੇਰੇ ਮਾਂ-ਬਾਪ ਚਲੇ ਜਾਣ, ਮਗਰ ਮਾਂ-ਬਾਪ ਨੂੰ ਆਪਾਂ ਰੱਖਾਂਗੇ, ਜਿਵੇਂ ਜਿਵੇਂ ਬਜ਼ੁਰਗ ਹੁੰਦੇ ਜਾਣਗੇ, ਮੁਹਤਾਜ ਹੋ ਜਾਣਗੇ, ਬਿਮਾਰੀ ਆ ਜਾਊਗੀ, ਆਪਾਂ ਫਿਰ ਸੁਖੀ ਰਵਾਂਗੇ ਬੇਟਾ। ਮਾਲਿਕ ਜੋ ਕਰਦਾ ਹੈ ਬੜਾ ਸੋਚ ਸਮਝ ਕੇ ਕਰਦਾ, ਸਾਡੀ ਬਿਹਤਰੀ ਵਾਸਤੇ ਕਰਦਾ। ਆਪਾਂ ਉਸ ਚੀਜ਼ ਨੂੰ ਪਹਿਚਾਣਦੇ ਨਹੀਂ, ਅਸੀਂ ਆਪਣੀ ਕਮੀ ਦੇਖਦੇ ਹਾਂ ਬੇਟਾ, ਕਿਉਂਕਿ ਮੈਨੂੰ ਕਮੀ ਹੁੰਦੀ ਹੈ, ਮੈਂ ਸੋਚਦਾ ਕਿ ਬਸ ਕੋਈ ਨਾ ਜਾਵੇ, ਤਾਂ ਉਹਦੇ ਚ ਤਾਂ ਬੇਟਾ ਉਹਨਾਂ ਦਾ ਫਾਇਦਾ ਨਹੀਂ ਨਾ ਹੋਇਆ, ਫਾਇਦਾ ਤਾਂ ਫਿਰ ਸਾਡਾ ਹੋ ਗਿਆ, ਉਹਨਾਂ ਦਾ ਤਾਂ ਨਹੀਂ ਆਪਾਂ ਸੋਚਿਆ। ਜੇ ਸਾਡੇ ਪਿਆਰ ਵਿੱਚ ਮੈਚਿਓਰਿਟੀ ਹੈ ਤਾਂ ਆਪਾਂ ਉਹਨਾਂ ਦਾ ਫਾਇਦਾ ਦੇਖਣਾ। ਜੇ ਕੋਈ ਗਿਆ ਹੈਗਾ, ਉਹ ਆਪਣੇ ਮਾਲਕ ਕੋਲੇ ਵਾਪਸ ਚਲੇ ਗਿਆ, ਸਾਡੀ ਖੁਸ਼ੀ ਉਹਦੇ ਚ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੀ ਕਮੀ ਦੇਖਣੀ ਹੈ। ਸੋ ਸਮਝ ਦੀ ਗੱਲ ਹੈ ਬੇਟਾ, ਜਿਹਨੂੰ ਸਮਝ ਹੈ। ਮੈਂ ਇਹ ਨਹੀਂ ਕਹਿੰਦਾ ਕਿ ਪਿਆਰ ਨਾ ਕਰੋ, ਮੈਂ ਇਹ ਨਹੀਂ ਕਹਿੰਦਾ ਕਿ ਰਿਸ਼ਤੇ ਨਾ ਜੋੜੋ, ਜ਼ਰੂਰ ਜੋੜੋ, ਮਗਰ ਦਾਇਰਾ ਨਾ ਛੋਟਾ ਕਰੋ ਬੇਟਾ। ਜੇ ਮਾਲਿਕ ਨੇ ਬਖਸ਼ਿਸ਼ ਕੀਤੀ ਹੈ, ਸਾਰਿਆਂ ਨਾਲ ਪਿਆਰ ਕਰੋ। ਜਦੋਂ ਤੁਸੀਂ ਉਸ ਪਿਆਰ ਨੂੰ ਇੱਕ ਸੰਬੰਧ ਵਿੱਚ ਲਾ ਕੇ ਉਹਨੂੰ ਇੱਕ ਜਾਂ ਦੋ ਇਨਸਾਨਾਂ ਨਾਲ ਜੋੜ ਲੈਂਦੇ ਹੋ ਨਾ, ਤਾਂ ਇਹੋ ਜਿਹੀ ਅਵਸਥਾ ਬਣ ਜਾਂਦੀ। ਬਾਬਾ ਜੀ ਮਨ ਤੇ ਮਾਇਆ ਦਾ ਪ੍ਰਭਾਵ ਪਿਆ ਰਹਿੰਦਾ, ਮਤਲਬ ਉਹਨੂੰ ਕਿਵੇਂ ਦੂਰ ਕੀਤਾ ਜਾਵੇ? ਨਹੀਂ, ਮਨ ਤੇ ਪ੍ਰਭਾਵ ਤੁਸੀਂ ਪਾਇਆ ਬੇਟਾ। ਮਨ ਤਾਂ ਇੱਕ ਕੋਰੀ ਕਿਤਾਬ ਸੀਗੀ, ਤੁਸੀਂ ਆਪਣੀ ਖੁਆਇਸ਼ਾਂ ਦੇ ਨਾਲ, ਮੰਗਾਂ ਦੇ ਨਾਲ ਉਹ ਸਾਰਾ ਪ੍ਰਭਾਵ ਪਾਣਾ ਸ਼ੁਰੂ ਕਰਤਾ ਬੇਟਾ। ਹੁਣ ਮਨ ਨੂੰ ਵਿਗਾੜਿਆ ਵੀ ਤੁਸੀਂ ਹੈ ਤਾਂ ਸਹੀ ਰਸਤੇ ਤੇ ਵੀ ਤੁਸੀਂ ਲਿਆਣਾ ਹੈਗਾ। ਦੇਖੋ, ਮਾਇਆ ਮਾੜੀ ਨਹੀਂ ਗੀ। ਅਸੀਂ ਕਹਿ ਦਿੰਦੇ ਆ ਕਿ ਜੀ ਪੈਸਾ ਮਾੜਾ ਹੈਗਾ, ਔਰਤ ਮਾੜੀ ਹੈ, ਇਹਨਾਂ ਚੋਂ ਕੋਈ ਵੀ ਮਾੜਾ ਨਹੀਂ ਗਾ। ਤੁਹਾਡਾ ਨਜ਼ਰੀਆ ਮਾੜਾ ਹੋ ਜਾਂਦਾ ਬੇਟਾ। ਜਦੋਂ ਜ਼ਿਆਦਾ ਪੈਸਾ ਆ ਜਾਏ ਨਾ, ਸਾਡੇ ਤੋਂ ਸੰਭਾਲਿਆ ਨਹੀਂ ਜਾਂਦਾ, ਅਸੀਂ ਪੁੱਠੇ ਪਾਸੇ ਤੁਰ ਪੈਂਦੇ। ਮਗਰ ਪੈਸਾ ਨਾ ਹੋਵੇ ਤਾਂ ਜ਼ਿੰਦਗੀ ਵੀ ਨਹੀਂ ਜੀ ਸਕਦੇ ਬੇਟਾ। ਉਸੇ ਤਰ੍ਹਾਂ ਔਰਤ ਨੂੰ ਮਾਂ ਦੇ ਰੂਪ ਵਿੱਚ ਦੇਖੀਏ, ਭੈਣ ਦੇ ਰੂਪ ਵਿੱਚ ਦੇਖੀਏ, ਉਹਦਾ ਦਰਜਾ ਬਹੁਤ ਉੱਚਾ ਹੋ ਜਾਂਦਾ ਹੈ। ਹੁਣ ਸਾਡੇ ਮਨ ਵਿੱਚ ਮੈਲ ਹੈ, ਅਸੀਂ ਬੁਰੀ ਨਜ਼ਰ ਦੇ ਨਾਲ ਉਹਨੂੰ ਦੇਖ ਰਹੇ ਹਾਂ, ਅਸੀਂ ਜ਼ਿੰਮੇਵਾਰੀ ਨਹੀਂ ਚੁੱਕਦੇ, ਅਸੀਂ ਉਹਦੇ ਉੱਤੇ ਉਂਗਲੀ ਕਰ ਦਿੰਦੇ ਹਾਂ ਬੇਟਾ। ਸੋ ਇਹ ਤਾਂ ਸਾਡਾ ਨਜ਼ਰੀਆ ਹੈ ਬੇਟਾ। ਜ਼ਿੰਦਗੀ ਜੀਣ ਵਾਸਤੇ ਪੈਸਾ ਵੀ ਚਾਹੀਦਾ ਹੈ, ਰਿਸ਼ਤੇ ਨਾਤੇ ਵੀ ਚਾਹੀਦੇ, ਸਾਰਾ ਕੁਝ ਚਾਹੀਦਾ, ਮਗਰ ਕਿਸ ਹੱਦ ਤੱਕ? ਮਾਲਿਕ ਨੇ ਵਿਵੇਕ ਦਿੱਤੀ ਹੈ ਤਾਂ ਵਿਵੇਕ ਦਾ ਇਸਤੇਮਾਲ ਕਰੀਏ ਬੇਟਾ। ਹਰ ਇੱਕ ਚੀਜ਼ ਦੀ ਹੱਦ ਵਿੱਚ ਰਵਾਂਗੇ, ਖੁਸ਼ੀ ਮਿਲੂਗੀ। ਜੇ ਹੱਦ ਨੂੰ ਪਾਰ ਕਰਕੇ ਅਸੀਂ ਸੋਚਾਂਗੇ ਸਾਰਾ ਕੁਝ ਠੀਕ ਹੋ ਜਾਊਗਾ, ਫਿਰ ਮਨ ਹਾਵੀ ਹੋ ਜਾਂਦਾ ਹੈ। नामदान की बख्शिश करिए। बाबा जी आपका बहुत बहुत शुक्रिया जो आपने मुझे यहाँ आने का मौका दिया, आपके दर्शन करने का मुझे मौका मिला। बाबा जी मेरा सवाल है, क्या हमें अपने बच्चों के भविष्य की चिंता करनी चाहिए या उनके भाग्य पर छोड़ देना चाहिए?
बेटा हर एक इंसान अपनी किस्मत साथ लेके आता है, ठीक है। आप जितना मर्जी फिक्र करो उसकी किस्मत को नहीं बदल सकते, मगर उसकी सही नींव जरूर बना सकते हैं। अगर प्रेम और प्यार से पालोगे, अच्छी तालीम दोगे, उनको अपनी सभ्यता सभी चीजों के बारे में समझाओगे, तो उसको किस्मत का सामना करना आसान हो जाता है। उतना हम कर सकते हैं, मगर किस्मत नहीं बदल सकते बेटा। ठीक है बाबा जी, अपनी दया मेहर बनाए रखना, मुझ पर दया करना कि मैं ज्यादा से ज्यादा भजन सिमरन करूं। ਰਾਸਤੇ ਬਾਬਾ ਜੀ ਸਵਾਲ ਹੈ ਵੀ ਸਤਿਗੁਰੂ ਨਾਲ ਬਾਬਾ ਜੀ ਪਿਆਰ ਕਿੱਦਾਂ ਵਧਾਇਆ ਜਾਵੇ? बेटा प्यार कोई दे नहीं सकता, सानू सिखा नहीं सकता, ठीक है ना। प्यार अंदरों जागृत हुंदा बेटा। हुण आपां ये तां नहीं कहंदे बच्चिआं नूं जदों बच्चे वड्डे होण लग पैंदे कि आओ बेटा बैठो तुहानूं असीं प्यार सिखावांगे। रिश्ता जुड़दा हैगा बेटा, तां ही प्यार शुरू हुंदा हैगा। आपां भजन सिमरन करांगे, भजन सिमरन दे नाल रिश्ता जुड़ूगा, अपने आप अंदरों प्यार जागृत होगा बेटा। ठीक है बाबा जी, मेरे परिवार ते बाबा जी तय मेरे मैं शुक्रिया। बाबा जी मेरा कोई सवाल नहीं है, कोई संशय है। बाबा जी इंसान जब चिंता के दौर से निकलता है तो जब वो भजन सिमरन में भी बैठता है और सेवा भी करता है तो सारा दिन उसके दिमाग में वही ख्याल घूमते रहते हैं, तो क्या करना चाहिए बाबा जी? बेटा चिंता ताकि कीजिए जो अनहोनी होए। फिक्र, मैं ये नहीं कहता हूं कि सोच विचार नहीं करना चाहिए, हर एक पहलू के ऊपर सोच विचार करना चाहिए, मगर इतना भी सोच विचार मत करो कि कदम ना उठा पाओ बेटा। जब ज्यादा सोच विचार होता है इंसान कदम उठाने के लायक नहीं रहता बेटा, और फिर जब बोझ बढ़ता है फिर ऐसा कदम उठा लेते हैं जो हमारे हित में नहीं है। तो थोड़ी हद तक सोच विचार करके फिर कदम उठाने की जरूरत है बेटा। बाबा जी मुझे कई बार दिन हो या रात हो काफ़ी काफ़ी दबाव पड़ता है और जैसे लगता है किसी की फीलिंग अनुभव होता है, और ये इसलिए होता है कि भजन सिमरन पक्का नहीं है इसलिए किसी का दबाव इतना नहीं बेटा। देखो दुनिया दी रीत है, कमजोरी आपां दिखावांगे तो सारे फायदा उठाएंगे, ताकत दिखावांगे कुछ नहीं कर सकता बेटा। ये हमारे मन का ख्याल है और कुछ नहीं है। ऐसे नहीं कोई बोझ हमारे ऊपर डाल सकता बेटा। आखिर में बाबा जी जितने भी संत महात्मा इस दुनिया में आए हैं और कबीर साहब जी ने भी काफी जोर देकर कहा है कि गुरु जो और कुल मालिक में कोई कभी भी मत और भेद मत समझना, वो और अनजाने में उसे मानुष भी न समझ बैठना, कोई वो खुद कुल मालिक है। तो बाबा जी ये सारा कुछ हमें सब जानने के बावजूद अगर भजन सिमरन हमारा पक्का नहीं होता है तो बाबा जी मुक्ति है? बेटा पहले तो गुरु किसको कहते हैं? हमारे सामने तो शरीर बैठा है ना, शरीर में वो गुरु नहीं है, शरीर में तो हमारे जैसा आम इंसान है बेटा। गुरु शब्द है, तो जब तक हम उसके शब्द स्वरूप के दर्शन नहीं करेंगे या उस अवस्था में उसको नहीं देखेंगे तो हम तो शरीर को देख रहे हैं बेटा। शरीर हमारे जैसे बूढ़ा होता है, हमारे जैसे बीमार होता है, हमारे जैसे दुख सुख से गुजरता है। तो हमने शरीर से आगे बढ़ना है। जब हम रूहानियत के दायरे में आएंगे ना तब हमें एहसास होगा कि सच्चा गुरु कौन है बेटा। और वो जो शब्द स्वरूपी है वो तो है ही मालिक का हिस्सा बेटा। और मगर उससे उस तरफ से देखें शब्द हमारे अंदर भी है, तो हम क्यों किसी से कम है बेटा। लेकिन भाई तुलसी साहब ने यही बोला है मौला आदमी बनाया, तो वो खुद ही कुल मालिक का रूप है, तो इसलिए इस पर में मत बैठो। ये चीजें हमें समझाने के लिए हैं बेटा, मगर आदमी मालिक नहीं बन सकता बेटा, क्योंकि जो शरीर है ना उसकी हद शमशान घाट है। यहाँ शरीर किसी का रह सका सदा के लिए? तो सच तो कभी बदल नहीं सकता बेटा। जो चीज बदलती है वो माया रूपी है, आए जाए सो माया। तो अगर शरीर क्या जवानी से बुढ़ापे में जाता है कि नहीं जाता? तो अगर वो बदलता है तो वो भी माया का हिस्सा है बेटा। जो गुरु वो शब्द है, शब्द गुरु सुरत तुन चेला। और हमारे तरफ से भी बेटा अगर हम सोचे ना कि ये
शरीर शिष्य बन सकता है, डिसाइपल बन सकता है? नहीं बन सकता, शरीर नहीं निभा पाएगा। मगर शुरुआत शरीर से होगी, शरीर को शरीर समझाएगा। शरीर में बैठे हुए जब हम अपनी सुरत को जागृत करेंगे, कॉन्शियसनेस को जागृत करेंगे, तो शिष्य बनने की ताकत उस सुरत में है। फिर वो सुरत धुन को पकड़ता हुआ तब उस लायक पहुंचेगा कि वो गुरु को पहचान सके जो शब्द स्वरूपी है। बाबा जी आपने सब कुछ दिया है, भजन सिमरन का बल बख्शना और अपनी प्यारी सासंग पे हमेशा ध्यान बनाए रखना। बाबा जी जे कोई नामदान लेके भी भजन सिमरन ना करता होवे फिर? बेटा सामने रोटी पई नहीं खांदा तो नुकसान कीदा? ਉਹਦਾ ਨੁਕਸਾਨ ਹੈ ਹਾਂ ਤਾਂ ਫਿਰ ਬੇਟਾ ਮੇਰੇ ਵੱਲੋਂ ਕੀ ਹੈ? ਜੇ ਤੁਸੀਂ ਨਾਮਦਾਨ ਲੈ ਕੇ ਵੀ ਤੁਸੀਂ ਉਹਦੀ ਕਦਰ ਨਹੀਂ ਕਰੋਗੇ, ਤੁਸੀਂ ਭਜਨ ਬੰਦਗੀ ਨਹੀਂ ਕਰੋਗੇ ਤਾਂ ਨੁਕਸਾਨ ਆਪਣਾ ਹੀ ਕਰਾਂਗੇ ਬੇਟਾ। ਕਿਸੇ ਨੂੰ ਨੌਕਰੀ ਮਿਲ ਗਈ, ਜੇ ਉਹ ਨੌਕਰੀ ਤੇ ਨਹੀਂ ਜਾਂਦਾ ਮੈਂ ਕੀ ਕਰਾਂ? ਨੁਕਸਾਨ ਤਾਂ ਉਹਦਾ ਹੀ ਹੈ ਨਾ। ਬਾਬਾ ਜੀ ਮੇਰਾ ਪਹਿਲਾ ਸਵਾਲ ਇਹ ਹੈ ਜੀ, ਮੈਂ ਸਤਸੰਗ 'ਚ ਸੁਣਿਆ ਤਾ ਜੀ ਕਰ ਵੀ ਜਿਨ੍ਹਾਂ ਤੋਂ ਸੰਤ ਮਹਾਤਮਾ ਤੋਂ ਆਪਾਂ ਨਾਮਦਾਨ ਲੈਂਦੇ ਹਾਂ ਜੀ, ਵੀ ਉਹਨਾਂ ਦਾ ਹੀ ਧਿਆਨ ਕਰਨਾ। ਇਹਦੇ ਪਰ ਤੁਸੀਂ ਚਾਨਣਾ ਪਾ ਕੇ ਮੈਨੂੰ ਥੋੜਾ ਜਿਹਾ ਦੱਸੋ ਜੀ। ਬੇਟਾ ਦੇਖੋ ਆਪਾਂ ਸੰਬੰਧ ਜੋੜਨਾ ਹੈ। ਅਸਲ ਵਿੱਚ ਤਾਂ ਧਿਆਨ ਤਾਂ ਸਿਰਫ ਮਾਲਕ ਦਾ ਕਰਨਾ ਚਾਹੀਦਾ ਹੈ, ਮਗਰ ਆਪਾਂ ਕਦੇ ਮਾਲਕ ਨੂੰ ਦੇਖਿਆ ਨਹੀਂਗਾ। ਇਸ ਕਰਕੇ ਸੰਬੰਧ ਜੋੜਨ ਵਾਸਤੇ ਪਹਿਲਾਂ ਤਾਂ ਆਪਾਂ ਸਿਮਰਨ ਕਰਦੇ ਹਾਂ। ਸਿਮਰਨ ਦੇ ਨਾਲ ਮਨ ਵਿੱਚ ਇਕਾਗਰਤਾ ਲਿਆਉਣ ਦੀ ਸਾਡੀ ਕੋਸ਼ਿਸ਼ ਹੁੰਦੀ ਹੈ। ਹੁਣ ਇਕਾਗਰਤਾ ਤਾਂ ਆਪਾਂ ਲੈ ਆਏ, ਮਗਰ ਜਿੰਨਾ ਚਿਰ ਮਨ ਟਿਕੂਗਾ ਨਹੀਂ, ਜਦੋਂ ਸਿਮਰਨ ਛੱਡਾਂਗੇ ਖਿਆਲ ਫਿਰ ਫੈਲ ਜਾਊਗਾ। ਸੋ ਉਹ ਇਕਾਗਰਤਾ ਲਿਆਉਣ ਵਾਸਤੇ ਸਾਨੂੰ ਮਨ ਦਾ ਟਿਕਾਓ ਚਾਹੀਦਾ ਹੈ, ਉੱਥੇ ਫਿਰ ਧਿਆਨ ਆਉਂਦਾ ਹੈਗਾ। ਔਰ ਧਿਆਨ ਸਾਡੇ ਵੱਸ ਦੀ ਗੱਲ ਨਹੀਂ ਗੀ, ਧਿਆਨ ਆਊਗਾ ਜਦੋਂ ਇਕਾਗਰਤਾ ਆਊਗੀ। ਇਹ ਜਿਹੜਾ ਅਸੀਂ ਸੋਚਦੇ ਹਾਂ ਨਾ ਕਿ ਜੀ ਕਿਹਦਾ ਕਰੀਏ, ਪਹਿਲਿਆਂ ਦਾ ਹੁਣ ਦਾ ਇਹ ਉਹ, ਬੇਟਾ ਧਿਆਨ ਜਿਨ੍ਹਾਂ ਤੋਂ ਨਾਮ ਲਿੱਤਾ ਉਹਨਾਂ ਦਾ ਹੀ ਆਊਗਾ ਬੇਟਾ। ਸੋ ਇਹ ਸਾਡੇ ਵੱਸ ਦੀ ਗੱਲ ਨਹੀਂ, ਆਪਾਂ ਆਪਣੇ ਵੱਲੋਂ ਸਿਰਫ ਸਿਮਰਨ ਕਰ ਸਕਦੇ ਹਾਂ। ਸਿਮਰਨ ਕਰਾਂਗੇ, ਇਕਾਗਰਤਾ ਆਊਗੀ, ਧਿਆਨ ਆਊਗਾ। ਬਾਕੀ ਜਿਹੜੀਆਂ ਸ਼ਕਲਾਂ ਆਉਂਦੀਆਂ ਬੇਟਾ, ਉਹ ਜੇ ਕਿਸੇ ਨੇ ਸਾਡੇ ਮਨ ਦੇ ਉੱਤੇ ਪ੍ਰਭਾਵ ਪਾਇਆ ਹੋਏ ਨਾ, ਉਹਦੀ ਸ਼ਕਲ ਆ ਜਾਊਗੀ, ਮਗਰ ਉਹਦੇ ਨਾਲ ਟਿਕਾਓ ਨਹੀਂ ਮਿਲਣਾ। ਮੇਰਾ ਦੂਸਰਾ ਸਵਾਲ ਇਹ ਹੈ ਬਾਬਾ ਜੀ, ਵੀ ਮੈਂ ਰਾਤ ਨੂੰ ਮੈਨੂੰ ਨੀਂਦ ਨਹੀਂ ਆਉਂਦੀ ਹੈਗੀ, ਮੈਂ ਭਜਨ ਤੇ ਬਹਿਨੀ ਆ ਜੀ, ਫਿਰ ਜਾਨ ਟੁੱਟ ਜਾਏਗਾ। ਕੋਲੂ 'ਚ ਰਸ ਪੀੜਿਆ ਕਰਦੇ ਆਪਾਂ ਵੀ ਕਦੇ ਭਜਨ ਤੇ ਬਹਿ ਗਈ, ਕਦੇ ਉੱਠ ਖੜੀ। ਇਹ ਥੋੜੀ ਜਿਹੀ ਤੁਸੀਂ ਮੇਰੇ ਪਰ ਦਇਆ ਕਰੋ, ਮਿਹਰ ਕਰੋ। ਬੇਟਾ ਵੈਸੇ ਤਾਂ ਸਾਰਾ ਕੁਛ ਹੀ ਭਜਨ ਹੈ, ਸਿਮਰਨ ਤਾਂ ਸਿਰਫ ਸ਼ੁਰੂਆਤ ਹੈ। ਸਿਮਰਨ ਨਾਲ ਤਾਂ ਆਪਾਂ ਇਕਾਗਰਤਾ ਲਿਆਉਂਦੇ ਹਾਂ ਕਿ ਸਾਨੂੰ ਸ਼ਬਦ ਸੁਣਾਈ ਦੇਵੇ। ਅਸਲ ਤਾਕਤ ਤਾਂ ਸ਼ਬਦ ਵਿੱਚ ਹੈ ਨਾ। ਸੋ ਜਿੰਨਾ ਆਪਾਂ ਸ਼ਬਦ ਭਜਨ ਵਿੱਚ ਬੈਠ ਸਕਦੇ ਹਾਂ, ਬੈਠਣਾ ਚਾਹੀਦਾ ਬੇਟਾ। ਬਾਬਾ ਜੀ ਬਾਬਾ ਜੀ ਮੈਨੂੰ ਆਤਮਾ ਔਰ ਪਰਮਾਤਮਾ ਦਾ ਭੇਦ ਬਾਰੇ ਜਾਣਕਾਰੀ ਚਾਹੀਦੀ ਹੈ। ਇੱਕ ਇੰਨੀ ਛੋਟੀ ਉਮਰ ਦੇ ਵਿੱਚ ਉਸ ਪਰਮਾਤਮਾ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ, ਇਹਦੀ ਕਿਰਪਾ ਕਰਕੇ ਮੈਨੂੰ ਥੋੜਾ ਜਿਹਾ ਇਹਦੇ ਬਾਰੇ ਦੱਸੋ। ਬੇਟਾ ਇੱਥੇ ਉਮਰ ਦੀ ਗੱਲ ਨਹੀਂ ਹੁੰਦੀ, ਇੱਥੇ ਪਿਆਰ ਦੀ ਗੱਲ ਹੁੰਦੀ ਹੈ, ਠੀਕ ਹੈ ਨਾ। ਜਿੱਥੇ ਪਿਆਰ ਦੀ ਗਹਿਰਾਈ ਹੋਵੇ ਨਾ, ਉੱਥੇ ਆਪਣੇ ਆਪ ਹੀ ਸਭ ਚੀਜ਼ਾਂ ਦਾ ਅਹਿਸਾਸ ਹੋ ਜਾਂਦਾ ਹੈਗਾ। ਆਪਾਂ ਹਰ ਇੱਕ ਚੀਜ਼ ਉਮਰਾਂ ਦੇ ਨਾਲ ਜੋੜ ਲੈਂਦੇ ਹਾਂ, ਇੱਥੇ ਉਮਰ ਦੀ ਗੱਲ ਨਹੀਂ ਗੀ। ਔਰ ਬੇਟਾ ਹੁਣ ਆਤਮਾ ਵੈਸੇ ਤਾਂ ਹੈ ਹੀ ਪਰਮਾਤਮਾ ਦੀ ਅੰਸ਼। ਬਾਣੀ 'ਚ ਆਪਾਂ ਇਹੀ ਪੜ੍ਹਦੇ ਹਾਂ ਨਾ, ਆਤਮ ਮੇ ਰਾਮ, ਰਾਮ ਮੇ ਆਤਮ, ਚੀਨਸ ਗੁਰ ਵਿਚਾਰ। ਕਿ ਆਤਮਾ ਵਿੱਚ ਪਰਮਾਤਮਾ ਹੈ, ਪਰਮਾਤਮਾ ਵਿੱਚ ਆਤਮਾ ਹੈ, ਮਗਰ ਇਸ ਭੇਦ ਨੂੰ ਕੋਈ ਵਿਰਲਾ ਹੀ ਪਹਿਚਾਨ ਪਾਇਆ। ਹੁਣ ਸ਼ੁਰੂਆਤ ਤਾਂ ਬੇਟਾ ਆਪਣੇ ਤੋਂ ਹੋਊਗੀ। ਹੁਣ ਜਿੰਨਾ ਚਿਰ ਅਸੀਂ ਆਪਣੀ ਪਹਿਚਾਨ ਨਹੀਂ ਕਰਾਂਗੇ ਤਾਂ ਦੂਜੇ ਦੀ ਪਹਿਚਾਨ ਕਿੱਥੋਂ ਕਰਾਂਗੇ ਬੇਟਾ। ਅੰਗਰੇਜ਼ੀ ਦਾ ਮੁਹਾਵਰਾ ਹੈ, ਸੈਲਫ ਰਿਅਲਾਈਜ਼ੇਸ਼ਨ ਬਿਫੋਰ ਗॉड ਰਿਅਲਾਈਜ਼ੇਸ਼ਨ। ਸੋ ਜਨ ਨਿਰਮਲ ਜਿਨ ਆਪ ਪਛਾਤਾ। ਸੋ ਪਹਿਲਾਂ ਆਪਣੀ ਪਹਿਚਾਨ ਕਰਨੀ ਹੈ। ਹੁਣ ਸਾਡੇ ਵਿੱਚ ਤਾਕਤਾਂ ਵੀ ਹੈ, ਕਮਜ਼ੋਰੀਆਂ ਵੀ ਹੈ ਬੇਟਾ। ਹੁਣ ਜਦੋਂ ਸਾਨੂੰ ਉਸ ਚੀਜ਼ ਦੀ ਜਾਗਰੂਕਤਾ ਆਊਗੀ, ਪਹਿਚਾਨ ਆਊਗੀ, ਫਿਰ ਆਪਾਂ ਤਾਕਤਾਂ ਨੂੰ ਲੈ ਕੇ ਕਮਜ਼ੋਰੀਆਂ ਦੇ ਉੱਤੇ ਕਾਬੂ ਪਾ ਸਕਾਂਗੇ, ਠੀਕ ਹੈ ਨਾ। ਸੈਲਫ ਰਿਅਲਾਈਜ਼ੇਸ਼ਨ ਔਖਾ ਕੰਮ ਹੈ। ਜਿੱਦਣ ਤੁਸੀਂ ਆਪਣੀ ਪਹਿਚਾਨ ਕਰ ਲਈ ਨਾ, ਅਗਲਾ ਕਦਮ ਆਪਣੇ ਆਪ ਹੋ ਜਾਊ, ਕਿਉਂਕਿ ਫਿਰ ਤਾਂ ਅਹਿਸਾਸ ਹੋ ਗਿਆ ਕਿ ਅਸੀਂ ਤਾਂ ਮਾਲਿਕ ਦਾ ਹਿੱਸਾ ਹੈ।
ਸੋ ਇਹੀ ਜਿਹੜਾ ਮੁਕਾਮ ਹੈ ਨਾ, ਇਹਨੂੰ ਆਪਾਂ ਪਾਰ ਕਰਨਾ ਹੈ ਕਿ ਆਪਣੀ ਅਸੀਂ ਪਹਿਚਾਨ ਕਰ ਸਕੀਏ। ਇਸ ਵਕਤ ਮਨ ਕਦੇ ਕੁਛ ਮੰਗਦਾ, ਕਦੇ ਕੁਛ ਮੰਗਦਾ, ਕਦੇ ਇੱਧਰ ਖਿੱਚ ਲਿਆ, ਕਦੇ ਉੱਧਰ ਖਿੱਚ ਲਿਆ। ਇੱਕ ਮੰਗ ਪੂਰੀ ਨਹੀਂ ਹੋਈ, 10 ਹੋਰ ਅੱਗੇ ਰੱਖਤੀ। ਸੋ ਜਿੰਨਾ ਚਿਰ ਮਨ ਕਾਬੂ ਵਿੱਚ ਨਹੀਂ ਆਉਂਦਾ, ਆਪਾਂ ਚਾਹੁੰਦੇ ਹੋਏ ਵੀ, ਜਾਣਦੇ ਹੋਏ ਵੀ, ਹੁਣ ਇਹ ਨਹੀਂ ਕਿ ਆਪਾਂ ਨੂੰ ਪਤਾ ਨਹੀਂ ਕਿ ਸੱਚ ਕੀ ਹੈ ਤੇ ਝੂਠ ਕੀ ਹੈ, ਸਾਰਿਆਂ ਨੂੰ ਪਤਾ, ਮਗਰ ਫਿਰ ਵੀ ਦੇਖੋ ਆਪਾਂ ਕਿੰਨੇ ਆਪਣੇ ਆਪ ਨੂੰ ਕਈ ਵਾਰੀ ਮਜਬੂਰ ਪਾਉਂਦੇ ਹਾਂ, ਮਨ ਖਿੱਚ ਕੇ ਲੈ ਜਾਂਦਾ। ਸੋ ਹੁਣ ਬਾਗਡੋਰ ਕਿਹਦੇ ਹੱਥ ਵਿੱਚ ਹੋਣੀ ਚਾਹੀਦੀ ਹੈ? ਜੇ ਤਾਂ ਅਸੀਂ ਮਨ ਨੂੰ ਅੱਗੇ ਰੱਖਣਾ ਹੈ ਤਾਂ ਸਾਰੀ ਉਮਰ ਗੁਲਾਮੀ 'ਚ ਗੁਜ਼ਰੂਗੀ। ਅਸੀਂ ਬਾਗਡੋਰ ਆਪਣੇ ਹੱਥ 'ਚ ਕਰਨੀ ਹੈ ਬੇਟਾ। ਹੁਣ ਮਨ ਲਜ਼ਤਾਂ ਦਾ ਆਸ਼ਿਕ ਹੈ, ਇਹਨੂੰ ਹਰ ਵਕਤ ਕੋਈ ਨਾ ਕੋਈ ਚਾਹਤ, ਕੋਈ ਨਾ ਕੋਈ ਇੱਛਾ। ਸੋ ਜਿੰਨਾ ਚਿਰ ਇਹਨੂੰ ਅਸੀਂ ਕਿਸੇ ਇਹੋ ਜਿਹੀ ਸੱਚੀ ਔਰ ਸੁੱਚੀ ਤਾਕਤ ਦੇ ਨਾਲ ਨਹੀਂ ਜੋੜਾਂਗੇ, ਇਹਨੇ ਛੱਡਣਾ ਨਹੀਂਗਾ। ਉੱਥੇ ਆਪਣਾ ਭਜਨ ਸਿਮਰਨ ਆਉਂਦਾ ਹੈ। ਜਦੋਂ ਅੰਦਰੋਂ ਲਜ਼ਤ ਆਣੀ ਸ਼ੁਰੂ ਹੋਈ ਨਾ, ਤਾਂ ਇਹ ਦੁਨੀਆ ਦੇ ਰੰਗ ਤਮਾਸ਼ੇ ਫਿੱਕੇ ਪੈਣਗੇ। ਉਹ ਰਸ ਆਵਾ, ਇਹ ਰਸ ਜਾਵਾ। ਸੋ ਭਜਨ ਸਿਮਰਨ ਇਸ ਕਰਕੇ ਜ਼ਰੂਰੀ ਹੈ ਬੇਟਾ। ਭਜਨ ਸਿਮਰਨ ਕਰਾਂਗੇ, ਅੰਦਰੋਂ ਮਿਠਾਸ ਆਊਗੀ, ਤਾਂ ਤਾਕਤ ਮਿਲੂਗੀ ਕਿ ਇਹਨਾਂ ਚੀਜ਼ਾਂ ਨੂੰ ਛੱਡ ਸਕੀਏ। ਅਸੀਂ ਨੰਨਾ ਲੈ ਕੇ ਤੁਰਦੇ ਹਾਂ, ਆਹ ਨਹੀਂ ਕਰਨਾ, ਆਹ ਨਹੀਂ ਕਰਨਾ, ਆਹ ਨਹੀਂ ਕਰਨਾ। ਹੁਣ ਬੱਚੇ ਨੂੰ ਕਹੀ ਜਾਓ ਆਹ ਨਹੀਂ ਕਰਨਾ, ਆਹ ਨਹੀਂ ਕਰਨਾ, ਕਹੂਗਾ ਤਾਂ ਕਰਨਾ ਕੀ ਹੈ? ਸੋ ਆਪਾਂ ਪੋਜ਼ਿਟਿਵਲੀ ਚੱਲੀਏ ਔਰ ਦੇਖੀਏ ਕੀ ਕਰਨਾ, ਉਹਨੂੰ ਕਰਾਂਗੇ, ਅੰਦਰੋਂ ਲਜ਼ਤ ਆਊਗੀ,